ਹੁਣ ਬੇਟਾ ਜੇ ਆਪਾਂ ਅਰਥ-ਸ਼ਾਸਤਰ ਵਿੱਚ ਮਨੁੱਖੀ ਸੰਸਾਧਨ ਬਾਰੇ ਪੜ੍ਹ ਰਹੇ ਹਾਂ ਤੇ ਕੁਆਲਿਟੀ ਆਫ ਪੋਪੂਲੇਸ਼ਨ ਜਾਂ ਜਨਸੰਖਿਆ ਦੀ ਗੁਣਵੱਤਾ ਦੀ ਗੱਲ ਨਾ ਕਰੀਏ ਤਾਂ ਇਸ ਟੌਪਿਕ ਨਾਲ ਬੇਇਨਸਾਫੀ ਹੋਵੇਗੀ। ਚਲੋ ਆਪਾਂ ਦੇਖੀਏ ਕੁਆਲਿਟੀ ਆਫ ਪੋਪੂਲੇਸ਼ਨ ਕੀ ਹੁੰਦੀ ਹੈ। ਕੁਆਲਿਟੀ ਆਫ ਪੋਪੂਲੇਸ਼ਨ ਜਾਂ ਜਨਸੰਖਿਆ ਦੀ ਗੁਣਵੱਤਾ ਦੇਸ਼ ਦੇ ਲੋਕਾਂ ਵੱਲੋਂ ਪ੍ਰਾਪਤ ਕੀਤੀ ਚੰਗੀ ਸਿੱਖਿਆ, ਲੋਕਾਂ ਦੀ ਚੰਗੀ ਸਿਹਤ ਅਤੇ ਨਿਪੁੰਨਤਾ ਦੇ ਨਿਰਮਾਣ 'ਤੇ ਨਿਰਭਰ ਕਰਦੀ ਹੈ। ਜਨਸੰਖਿਆ ਦੀ ਗੁਣਵੱਤਾ ਦੇਸ਼ ਜਾਂ ਅਰਥ ਵਿਵਸਥਾ ਦੇ ਵਾਧੇ ਅਤੇ ਵਿਕਾਸ ਦੀ ਦਰ ਨਿਸ਼ਚਿਤ ਕਰਦੀ ਹੈ। ਅਨਪੜ੍ਹ ਅਤੇ ਅਸਵਸਥ ਜਨਸੰਖਿਆ ਅਰਥ ਵਿਵਸਥਾ ਦੀ ਦੇਣਦਾਰੀ ਹੈ, ਜਦਕਿ ਪੜ੍ਹੀ ਲਿਖੀ ਅਤੇ ਸਿਹਤਮੰਦ ਜਨਸੰਖਿਆ ਪਰਿਸੰਪत्ति ਹੈ। ਭਾਰਤ ਦੀਆਂ 5 ਸਾਲਾਂ ਯੋਜਨਾਵਾਂ ਦੌਰਾਨ ਵੀ ਜਨਸੰਖਿਆ ਦੀ ਗੁਣਵੱਤਾ ਨੂੰ ਸੁਧਾਰਨ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਬੇਟਾ ਦੁਨੀਆ ਦੇ ਜਿੰਨੇ ਵੀ ਮੁਲਕ ਹੈ ਉਹਨਾਂ ਵਿੱਚੋਂ ਜਿੰਨੇ ਮੁਲਕਾਂ ਨੇ ਤਰੱਕੀ ਕੀਤੀ ਉਹਨਾਂ ਵਿੱਚੋਂ ਉਹ ਸਾਰੇ ਸਿੱਖਿਆ ਅਤੇ ਸਿਹਤ ਦੇ ਬਦੌਲਤ ਹੀ ਸੀਗੇ। ਇਸ ਲਈ ਆਪਾਂ ਪਹਿਲਾਂ ਸਿੱਖਿਆ ਦੀ ਮਹੱਤਤਾ ਬਾਰੇ ਜਾਣਦੇ ਹਾਂ। ਸਿੱਖਿਆ ਮਨੁੱਖ ਦੇ ਇੱਕ ਵਿਕਾਸ ਲਈ ਇੱਕ ਬਹੁਤ ਜ਼ਰੂਰੀ ਸਾਧਨ ਹੈ। ਇਹ ਨਵੀਆਂ ਇੱਛਾਵਾਂ ਪ੍ਰਦਾਨ ਕਰਦੀ ਹੈ ਅਤੇ ਜ਼ਿੰਦਗੀ ਦੇ ਮੁੱਲਾਂ ਨੂੰ ਵਿਕਸਿਤ ਕਰਦੀ ਹੈ। ਸਿੱਖਿਆ ਨਾ ਕੇਵਲ ਇਕੱਲੇ ਮਨੁੱਖ ਲਈ ਸਗੋਂ ਸਮੁੱਚੇ ਸਮਾਜ ਦੇ ਵਿਕਾਸ ਵਿੱਚ ਹਿੱਸਾ ਪਾਉਂਦੀ ਹੈ। ਜਿਵੇਂ ਮਨਦੀਪ ਨੂੰ ਚੰਗੇ ਸਕੂਲ ਵਿੱਚ ਪੜ੍ਹਨ ਦਾ ਮੌਕਾ ਮਿਲਿਆ, ਸਿੱਖਿਆ ਨੇ ਉਸ ਨੂੰ ਵਿਕਸਿਤ ਹੋਣ, ਚੰਗਾ ਨਾਗਰਿਕ ਬਣਨ ਲਈ ਅਤੇ ਚੰਗੇ ਪੈਸੇ ਕਮਾਉਣ ਵਿੱਚ ਸਹਾਇਤਾ ਕੀਤੀ, ਜਿਸ ਕਾਰਨ ਰਾਸ਼ਟਰੀ ਆਮਦਨ ਵਿੱਚ ਵਾਧਾ ਹੋਇਆ ਅਤੇ ਦੇਸ਼ ਦਾ ਆਰਥਿਕ ਵਿਕਾਸ ਹੋਇਆ। ਆਓ ਬੇਟਾ ਹੁਣ ਆਪਾਂ ਆਪਣੇ ਦੇਸ਼ ਭਾਰਤ ਦੀ ਗੱਲ ਕਰੀਏ ਵੀ ਇੱਥੇ ਸਿੱਖਿਆ ਦਾ ਕੀ ਹਾਲ ਹੈ, ਸਾਖਰਤਾ ਦਰ ਦਾ ਕੀ ਹਾਲ ਹੈ। ਜਨਸੰਖਿਆ ਦੇ ਵੱਖ-ਵੱਖ ਭਾਗਾਂ ਵਿੱਚ ਸਾਖਰਤਾ ਦਰ ਵਿੱਚ ਅੰਤਰ ਜ਼ਿਆਦਾ ਹੈ। ਜਨਗਣਨਾ 2011 ਦੀ ਰਿਪੋਰਟ ਆਈ ਸੀ ਬੇਟਾ, ਉਹਦੇ ਅਨੁਸਾਰ ਭਾਰਤ 'ਚ ਕੁੱਲ ਸਾਖਰਤਾ ਦਰ 74% ਹੈ, ਯਾਨੀ 74% ਹੈ, ਜਿਸ ਵਿੱਚ ਪੁਰਸ਼ਾਂ ਦੀ 82.14%, 82.14% ਅਤੇ ਮਹਿਲਾਵਾਂ ਦੀ ਲੇਡੀਜ਼ ਦੀ ਹੈ 65.46%, 65.46% ਹੈ। ਪੁਰਸ਼ਾਂ ਵਿੱਚ ਸਾਖਰਤਾ ਦਰ ਮਹਿਲਾਵਾਂ ਨਾਲੋਂ ਕਰੀਬ 16.68% ਵੱਧ ਹੈ, 16.68% ਜ਼ਿਆਦਾ ਹੈ ਅਤੇ ਪੇਂਡੂ ਖੇਤਰ ਦੀ ਤੁਲਨਾ ਵਿੱਚ ਇਹ ਸ਼ਹਿਰੀ ਖੇਤਰਾਂ ਵਿੱਚ 16.1% ਵੱਧ ਹੈ। ਸਭ ਤੋਂ ਜ਼ਿਆਦਾ ਸਾਖਰਤਾ ਦੀ ਦਰ 93.9%, 93.9%, ਕਦੇ 100% ਹੁੰਦੀ ਸੀ ਅਤੇ ਕੇਰਲ ਵਿੱਚ ਹੈ, ਜਦੋਂ ਕਿ ਬਿਹਾਰ ਵਿੱਚ ਸਭ ਤੋਂ ਘੱਟ 63.8% ਯਾਨੀ 63.8% ਹੈ। ਪੰਜਾਬ ਦੀ ਸਾਖਰਤਾ ਦਰ 75.84% ਹੈ, ਯਾਨੀ 75.84% ਹੈ, ਜਿਸ ਵਿੱਚ ਪੁਰਸ਼ਾਂ ਦੀ ਸਾਖਰਤਾ ਦਰ 80.44% ਜਿਹੜੀ ਹੈ ਤੁਹਾਡੀ ਪੰਜਾਬੀ ਦੀ ਕਿਤਾਬ ਵਿੱਚ ਦਿੱਤਾ ਗਿਆ ਹੈ, ਜਦਕਿ ਇੰਗਲਿਸ਼ ਦੀ ਟੈਕਸਟ ਬੁੱਕ ਵਿੱਚ 82.44% ਹੈ ਅਤੇ ਮਹਿਲਾਵਾਂ ਦੀ ਸਾਖਰਤਾ ਦਰ 70.73% ਹੈ, ਯਾਨੀ 70.73% ਹੈ। ਹੁਣ ਤੁਸੀਂ ਦੱਸੋ ਬੇਟਾ, ਇੱਥੇ ਥੋੜ੍ਹੀ ਜਿਹੀ ਕੰਟਰੋਵਰਸੀ ਹੈਗੀ ਹੈ, ਪੁਰਸ਼ਾਂ ਦੀ ਸਾਖਰਤਾ ਦਰ ਪੰਜਾਬ ਵਿੱਚ ਕਿੰਨੀ ਹੈ, 80.44% ਹੈ ਕਿ 82.44%? ਤੁਸੀਂ ਇਸ ਨੂੰ ਸਰਚ ਆਊਟ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰਨਾ ਹੈ ਅਤੇ ਵਧੀਆ ਕਮੈਂਟ ਦੇਣ ਵਾਲੇ ਬੱਚੇ ਨੂੰ ਮੈਂ ਖੁਦ ਸ਼ਾਬਾਸ਼ ਦੇਵਾਂਗਾ। ਅੱਗੇ ਆ ਬੇਟਾ ਇੱਕ ਗ੍ਰਾਫ ਦਿੱਤਾ ਗਿਆ ਹੈ ਜਿਸ 'ਚ ਭਾਰਤ ਦੀ ਸਾਖਰਤਾ ਦਰ ਦੱਸੀ ਗਈ ਹੈ। ਜਿਹੜਾ ਕਲਰ ਹੈ ਇਹ ਦੇਖੋ ਧਿਆਨ ਨਾਲ, ਬਲੂ ਕਲਰ ਜਿਹੜਾ ਹੈ ਉਹ ਵਿਅਕਤੀ ਕੁੱਲ ਦੱਸੇ ਗਏ ਹੈ, ਰੈੱਡ ਕਲਰ 'ਚ ਮੇਲ ਦੱਸੇ ਗਏ ਹੈ ਪੁਰਸ਼, ਅਤੇ ਗ੍ਰੀਨ ਕਲਰ 'ਚ ਲੇਡੀਜ਼ ਯਾਨੀ ਕਿ ਇਸਤਰੀ ਦੱਸੀਆਂ ਗਈਆਂ। ਤੁਸੀਂ ਬੇਟਾ ਹੇਠਾਂ ਦਿੱਤੇ ਪ੍ਰਸ਼ਨ ਜਿਹੜੇ ਆ ਉਹ ਪੜ੍ਹ ਕੇ ਉਹਨਾਂ ਦੇ ਉੱਤਰ ਇੱਕ ਪਲੇਨ ਕਾਗਜ਼ 'ਤੇ ਲਿਖਣੇ ਹਨ ਅਤੇ ਉਸ ਦੀ ਪਿਕ ਉੱਪਰ ਫਲੈਸ਼ ਹੋ ਰਹੇ ਵਟਸਐਪ ਨੰਬਰ 'ਤੇ ਮੈਨੂੰ ਭੇਜਣੀ ਹੈ, ਕਿਉਂਕਿ ਮੈਂ ਤੁਹਾਡਾ ਯੂਟਿਊਬਰ ਟੀਚਰ ਹੈ। ਸਵਾਲ ਇਹ ਹਨ ਬੇਟਾ, ਕੀ ਸਾਲ 1951 ਤੋਂ ਲੈ ਕੇ ਸਾਲ 2011 ਤੱਕ ਵਿਅਕਤੀਆਂ ਦੀ ਸਾਖਰਤਾ ਦਰ ਵਧੀ ਹੈ? ਦੂਸਰਾ, ਕਿਸ ਸਾਲ ਭਾਰਤ ਨੇ 50% ਦੀ ਸਾਖਰਤਾ ਦਰ ਨੂੰ ਪਾਰ ਕੀਤਾ? ਤੀਸਰਾ, ਕਿਸ ਸਾਲ ਭਾਰਤ ਵਿੱਚ ਸਾਖਰਤਾ ਦਰ ਸਭ ਤੋਂ ਵੱਧ ਰਹੀ? ਚੌਥਾ, ਕਿਸ ਸਾਲ ਵਿੱਚ ਮਹਿਲਾਵਾਂ ਦੀ ਸਾਖਰਤਾ ਦਰ ਸਭ ਤੋਂ ਵੱਧ ਹੈ? ਅਤੇ ਪੰਜਵਾਂ ਤੇ ਲਾਸਟ, ਆਪਣੇ ਅਧਿਆਪਕ ਯਾਨੀ ਮੇਰੇ ਨਾਲ ਹੀ ਚਰਚਾ ਕਰੋ ਕਿ ਗ੍ਰਾਫ ਵਿੱਚ ਪੁਰਸ਼ਾਂ ਦੀ ਤੁਲਨਾ ਵਿੱਚ ਮਹਿਲਾਵਾਂ ਦੀ ਸਾਖਰਤਾ ਦਰ ਘੱਟ ਕਿਉਂ ਹੈ। ਇਹ ਬੇਟਾ ਲਿਖ ਕੇ ਤੁਸੀਂ ਮੈਨੂੰ ਸੈਂਡ ਕਰਨਾ ਅਤੇ ਮੈਂ ਤੁਹਾਨੂੰ ਰਿਸਪੌਂਸ ਦੇਵਾਂਗਾ।
ਆ ਬੇਟਾ ਤੁਹਾਡੀ ਪਾਠ ਪੁਸਤਕ ਵਿੱਚ ਦਫ਼ਤਰ ਰਜਿਸਟਰਾਰ ਜਨਰਲ ਵੱਲੋਂ ਦਿੱਤੀ ਗਈ ਇੱਕ ਭਾਰਤ ਦੀ ਜਨਗਣਨਾ ਦੀ ਸਾਰਣੀ ਵੀ ਦਿੱਤੀ ਗਈ ਹੈ। ਭਾਰਤ ਵਿੱਚ ਸਾਖਰਤਾ ਦਰ 1951 ਤੋਂ ਲੈ ਕੇ 2011 ਤੱਕ ਕਿੰਨੀ ਸੀ? ਵਿਅਕਤੀ, ਪੁਰਸ਼ ਅਤੇ ਇਸਤਰੀਆਂ ਬਾਈਫਰਕੇਟ ਕਰਕੇ 1951 ਤੋਂ 2011 ਤੱਕ ਦੱਸੇ ਗਏ ਹੈ। ਗ੍ਰਾਫ 2.1 ਤੋਂ ਇਹ ਸਪਸ਼ਟ ਹੈ ਕਿ ਭਾਰਤ ਨੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਵਿਕਾਸ ਕੀਤਾ ਹੈ। ਤੁਸੀਂ ਦੇਖਿਆ ਹੀ ਹੈ 51 'ਚ ਘੱਟ ਸੀ ਤੇ 11 'ਚ ਜ਼ਿਆਦਾ ਸੀ। ਪਹਿਲੀ 5 ਸਾਲਾ ਯੋਜਨਾ ਦੇ ਅੰਤਰਗਤ ਸਿੱਖਿਆ ਤੇ 152 ਕਰੋੜ ਰੁਪਏ ਖਰਚ ਹੋਏ, ਜਦਕਿ 11ਵੀਂ 5 ਸਾਲਾ ਯੋਜਨਾ ਵਿੱਚ ਇਹ ਵੱਧ ਕੇ 3766.9 ਕਰੋੜ ਹੋ ਗਏ। ਸਿੱਖਿਆ ਸੰਸਥਾਵਾਂ ਤੇ ਸਾਰੇ ਖਰਚ ਕੀਤੇ ਗਏ ਸਨ। ਇਸ ਅਵਧੀ ਦੌਰਾਨ ਸਿੱਖਿਆ ਸੰਸਥਾਵਾਂ ਦੀ ਸੰਖਿਆ 4 ਗੁਣਾ ਵਧੀ ਹੈ ਅਤੇ ਵਿਦਿਆਰਥੀਆਂ ਦੀ ਸੰਖਿਆ 5 ਗੁਣਾ ਵਧੀ ਹੈ। ਭਾਰਤ ਦੇ ਲਗਭਗ 5 ਲੱਖ ਪਿੰਡਾਂ ਵਿੱਚ ਪ੍ਰਾਇਮਰੀ ਸਕੂਲਾਂ ਦਾ ਵਿਸਥਾਰ ਹੋਇਆ ਹੈ। 11ਵੀਂ 5 ਸਾਲਾ ਯੋਜਨਾ ਦੇ ਦੌਰਾਨ ਸਰਵ ਸਿੱਖਿਆ ਅਭਿਆਨ ਅਧੀਨ 6 ਤੋਂ 14 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਲਾਜ਼ਮੀ ਐਲੀਮੈਂਟਰੀ ਸਿੱਖਿਆ ਪ੍ਰਦਾਨ ਕਰਨਾ ਇੱਕ ਮਹੱਤਵਪੂਰਨ ਕਦਮ ਹੈ। ਮਿਡ ਡੇ ਮੀਲ, ਜਿਹਨੂੰ ਆਪਾਂ ਦੁਪਹਿਰ ਦਾ ਭੋਜਨ ਕਹਿੰਦੇ ਹਾਂ, ਦੀ ਸਕੀਮ ਸਕੂਲਾਂ ਵਿੱਚ ਬੱਚਿਆਂ ਦੀ ਸੰਖਿਆ ਵਧਾਉਣ ਅਤੇ ਬੱਚਿਆਂ ਦੇ ਆਹਾਰ ਪੱਧਰ ਨੂੰ ਸੁਧਾਰਨ ਲਈ ਲਾਗੂ ਕੀਤੀ ਗਈ ਹੈ। ਪਿੰਡਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਲਈ ਹਰ ਇੱਕ ਜ਼ਿਲ੍ਹੇ ਵਿੱਚ ਨਵੋਦਿਆ ਸਕੂਲ ਖੋਲ੍ਹੇ ਜਾਣ ਦਾ ਟੀਚਾ ਮਿੱਥਿਆ ਗਿਆ ਹੈ। ਹਾਈ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਲਈ ਸਿੱਖਿਆ ਦੇਣ ਦੇ ਮੰਤਵ ਨਾਲ ਬਹੁਤ ਸਾਰੇ ਕਿੱਤਾ ਮੁਖੀ ਕੋਰਸ ਸ਼ੁਰੂ ਕੀਤੇ ਗਏ। ਹੁਣ ਸੂਚਨਾ ਤਕਨੀਕ ਦੀ ਵਰਤੋਂ ਅਤੇ ਕਿੱਤਾ ਮੁਖੀ ਕੋਰਸਾਂ 'ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। 11ਵੀਂ 5 ਸਾਲਾ ਯੋਜਨਾ ਵਿੱਚ ਪੱਤਰ ਵਿਹਾਰ ਰਾਹੀਂ ਸਿੱਖਿਆ ਪ੍ਰਦਾਨ ਕਰਨ ਦਾ ਟੀਚਾ ਮਿੱਥਿਆ ਗਿਆ ਸੀ। ਜਿਹੜੇ ਵਿਦਿਆਰਥੀ ਕਿਸੇ ਕਾਰਨ ਸਕੂਲ ਨਹੀਂ ਜਾ ਸਕਦੇ ਹਨ, ਉਹਨਾਂ ਲਈ ਓਪਨ ਸਕੂਲ ਸਿੱਖਿਆ ਯਾਨੀ ਓਪਨ ਸਕੂਲ ਸਿਸਟਮ ਪ੍ਰਣਾਲੀ ਵੀ ਸ਼ੁਰੂ ਕੀਤੀ ਗਈ ਹੈ। ਮਨੁੱਖੀ ਸੰਸਾਧਨ ਦੀ ਗੁਣਵੱਤਾ ਉਦੋਂ ਤੱਕ ਨਹੀਂ ਆ ਸਕਦੀ ਬੇਟਾ ਜਦੋਂ ਤੱਕ ਆਪਾਂ ਸਿਹਤ ਸਹੂਲਤਾਂ ਦਾ ਵਿਕਾਸ ਨਹੀਂ ਕਰਦੇ, ਅਤੇ ਸਿਹਤ ਬਾਰੇ ਜਾਣਕਾਰੀ ਹਾਸਲ ਕਰਨ ਲਈ ਆਪਾਂ ਅੱਗੇ ਦਿੱਤਾ ਟੌਪਿਕ ਜ਼ਰੂਰ ਧਿਆਨ ਨਾਲ ਸਿੱਖੀਏ। ਮਨੁੱਖ ਦੀ ਕੰਮ ਕਰਨ ਦੀ ਯੋਗਤਾ ਅਤੇ ਸਮਰੱਥਾ ਉਸ ਦੀ ਸਿਹਤ 'ਤੇ ਨਿਰਭਰ ਕਰਦੀ ਹੈ। ਜਦੋਂ ਮਨੁੱਖ ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਹੁੰਦਾ ਹੈ ਤਾਂ ਉਸ ਦੀ ਸਿਹਤ ਚੰਗੀ ਹੁੰਦੀ ਹੈ। ਇਸ ਗੱਲ ਦੀ ਪੁਸ਼ਟੀ ਕਰਨ ਲਈ ਆਪਾਂ 2 ਹੋਰ ਐਗਜ਼ਾਮਪਲਸ ਦੇਖੀਏ, ਉਦਾਹਰਨਾਂ ਦੇਖੀਏ। ਗੌਰਵ ਅਤੇ ਰਵੀ, ਇਹਨਾਂ ਦੋਨਾਂ ਦੀ ਆਪਾਂ ਉਦਾਹਰਨ ਦੇਖਣੀ ਹੈ। ਦੋਨੋਂ ਇੱਕ ਫਰਮ ਦੇ ਲੇਖਾ ਵਿਭਾਗ ਵਿੱਚ ਕੰਮ ਕਰਦੇ ਹਨ। ਗੌਰਵ ਸਰੀਰ ਪੱਖੋਂ ਤੰਦਰੁਸਤ ਹੈ, ਹੱਟਾ ਕੱਟਾ ਹੈ, ਪਰੰਤੂ ਰਵੀ ਜੋੜਾਂ ਦੇ ਦਰਦ ਯਾਨੀ ਗਠੀਆ ਦਾ ਮਰੀਜ਼ ਹੈ। ਰਵੀ ਨੂੰ ਵਾਰ-ਵਾਰ ਡਾਕਟਰ ਕੋਲ ਜਾਣ ਵਾਸਤੇ ਫਰਮ ਤੋਂ ਛੁੱਟੀ ਲੈਣੀ ਪੈਂਦੀ ਹੈ। ਰਵੀ ਦੀ ਕਮਜ਼ੋਰ ਸਿਹਤ ਕਰਕੇ ਫਰਮ ਨੂੰ ਘਾਟਾ ਪੈਂਦਾ ਹੈ, ਕਿਉਂਕਿ ਉਸ ਦੀ ਕਮਜ਼ੋਰ ਸਿਹਤ ਨੇ ਉਸ ਦੀ ਕੰਮ ਕਰਨ ਦੀ ਯੋਗਤਾ ਨੂੰ ਘਟਾਇਆ ਅਤੇ ਇਸ ਤਰ੍ਹਾਂ ਉਹ ਫਰਮ ਲਈ ਦੇਣਦਾਰੀ ਬਣ ਗਿਆ। ਇਸ ਦੇ ਉਲਟ ਗੌਰਵ ਸਾਰਾ ਦਿਨ ਕੰਮ ਕਰਦਾ ਹੈ, ਜਿਸ ਦੇ ਇਨਾਮ ਵਜੋਂ ਉਸ ਨੂੰ ਤਰੱਕੀ ਵੀ ਮਿਲੀ। ਗੌਰਵ ਦੀ ਚੰਗੀ ਸਿਹਤ ਨੇ ਫਰਮ ਦੀ ਕੁੱਲ ਉਤਪਾਦਕਤਾ ਵਿੱਚ ਵਾਧਾ ਕੀਤਾ, ਯਾਨੀ ਕਹਿ ਸਕਦੇ ਆਪਾਂ ਫਰਮ ਦੀ ਸਿਹਤ ਵੀ ਵਧਾਈ, ਜਿਸ ਨੇ ਅਰਥ ਵਿਵਸਥਾ ਦੇ ਵਾਧੇ ਵਿੱਚ ਹਿੱਸਾ ਪਾਇਆ। ਇਸ ਐਗਜ਼ਾਮਪਲ ਤੋਂ ਸਪਸ਼ਟ ਹੋ ਗਿਆ ਕਿ ਅਰਥ ਵਿਵਸਥਾ ਦੇ ਵਿਕਾਸ ਲਈ ਦੇਸ਼ ਦੀ ਜਨਸੰਖਿਆ ਸਿਹਤਮੰਦ ਹੋਣੀ ਚਾਹੀਦੀ ਹੈ। ਪਿਛਲੇ 5 ਦਹਾਕਿਆਂ ਵਿੱਚ ਭਾਰਤ ਨੇ ਸਰਕਾਰੀ ਅਤੇ ਨਿੱਜੀ ਦੋਹਾਂ ਖੇਤਰਾਂ ਦੇ ਮੁੱਢਲੇ, ਗੌਣ ਅਤੇ ਸੇਵਾਵਾਂ ਦੇ ਖੇਤਰ ਵਿੱਚ ਇੱਕ ਵਿਸ਼ਾਲ ਸਿਹਤ ਆਧਾਰਿਤ ਢਾਂਚਾ ਅਤੇ ਮਨੁੱਖੀ ਸ਼ਕਤੀ ਦਾ ਨਿਰਮਾਣ ਕੀਤਾ ਹੈ। ਜੇ ਆਪਾਂ 1951 ਦੀ ਗੱਲ ਕਰੀਏ, ਉਦੋਂ ਬੇਟਾ ਸ਼ਿਸ਼ੂ ਮੌਤ ਦਰ ਸੀ 147 ਪ੍ਰਤੀ ਹਜ਼ਾਰ ਅਤੇ 2015 ਵਿੱਚ ਇਹ ਘਟ ਕੇ 37 ਯਾਨੀ 37 ਪ੍ਰਤੀ ਹਜ਼ਾਰ ਹੋ ਗਈ। ਸ਼ਿਸ਼ੂ ਮੌਤ ਦਰ ਵਿੱਚ ਕਮੀ ਲਿਆਉਣ ਲਈ ਸ਼ਿਸ਼ੂਆਂ ਦੀ ਲਾਗ ਦੀ ਬਿਮਾਰੀ ਤੋਂ ਸੁਰੱਖਿਆ ਅਤੇ ਮਾਵਾਂ ਦੇ ਨਾਲ ਬੱਚਿਆਂ ਦੀ ਦੇਖਭਾਲ ਅਤੇ ਪੋਸ਼ਣ ਸੁਨਿਸ਼ਚਿਤ ਕਰਨਾ ਸ਼ਾਮਲ ਹੈ। ਹੁਣ ਆਪਾਂ ਬੇਟਾ ਮਨੁੱਖੀ ਸੰਸਾਧਨ ਦੀ ਇੱਕ ਅਹਿਮ ਸਮੱਸਿਆ ਬੇਰੁਜ਼ਗਾਰੀ ਬਾਰੇ ਪੜ੍ਹਦੇ ਹਾਂ ਕਿ ਬੇਰੁਜ਼ਗਾਰੀ ਜਿਹੜੀ ਹੈ ਉਹ ਜਨਸੰਖਿਆ ਨਾਲ ਕਿਵੇਂ ਸੰਬੰਧਿਤ ਹੈ। ਅਰਥ ਸ਼ਾਸਤਰ ਦੀ ਭਾਸ਼ਾ ਵਿੱਚ ਗੱਲ ਕਰੀਏ ਤਾਂ ਬੇਰੁਜ਼ਗਾਰੀ ਕੀ ਹੈ? ਇੱਕ ਹਾਲਤ ਹੈ ਜੋ ਸਥਿਤੀ ਹੈ ਜਦੋਂ ਮੌਜੂਦਾ ਮਜ਼ਦੂਰੀ ਦੀ ਦਰ 'ਤੇ ਕੰਮ ਕਰਨ ਦੇ ਇੱਛੁਕ ਲੋਕਾਂ ਨੂੰ ਕੰਮ ਨਹੀਂ ਮਿਲਦਾ। ਉਦਾਹਰਨ ਵਜੋਂ ਮਨਦੀਪ ਦੀ ਮਾਤਾ, ਜਿਹੜੀ ਆਪਾਂ ਐਗਜ਼ਾਮਪਲ ਦੇਖੀ ਸੀ ਪਹਿਲਾਂ, ਉਹ ਘਰ ਦਾ ਕੰਮਕਾਜ ਅਤੇ ਬੱਚਿਆਂ ਦੀ ਦੇਖਭਾਲ ਕਰਦੀ ਹੈ। ਮਨਦੀਪ ਦੀ ਭੈਣ ਹਰਪ੍ਰੀਤ ਅਤੇ ਗੁਰਪ੍ਰੀਤ ਦਾ ਭਰਾ ਜੀਤੂ ਆਪਣਾ ਸਮਾਂ ਖੇਡਣ ਅਤੇ ਘੁੰਮਣ ਫਿਰਨ ਵਿੱਚ ਗੁਜ਼ਾਰਦੇ ਹਨ। ਕੀ ਅਸੀਂ ਮਨਦੀਪ ਦੀ ਮਾਤਾ ਹਰਪ੍ਰੀਤ ਅਤੇ ਜੀਤੂ ਨੂੰ ਬੇਰੁਜ਼ਗਾਰ ਕਹਿ ਸਕਦੇ ਹਾਂ? ਉੱਤਰ ਨਿਸ਼ਚਿਤ ਹੀ ਨਾ ਹੋਵੇਗਾ, ਕਿਉਂਕਿ ਮਨਦੀਪ ਦੀ ਮਾਤਾ ਇੱਕ ਗ੍ਰਹਿਣੀ ਹੈ
ਤੇ ਆਪਣੇ ਘਰ ਤੋਂ ਬਾਹਰ ਕੰਮ ਕਰਨ 'ਚ ਉਸ ਦੀ ਰੁਚੀ ਨਹੀਂ ਹੈ। ਹਰਪ੍ਰੀਤ ਅਤੇ ਜੀਤੂ ਬਹੁਤ ਛੋਟੇ ਹਨ, ਉਹਨਾਂ ਦੀ ਤਾਂ ਪੜ੍ਹਾਈ ਦੀ ਉਮਰ ਹੈ ਜਾਂ ਖੇਡਣ ਦੀ ਉਮਰ ਹੈ, ਇਸ ਲਈ ਉਹਨਾਂ ਦੀ ਗਿਣਤੀ ਕਿਰਤ ਸ਼ਕਤੀ ਵਿੱਚ ਨਹੀਂ ਕੀਤੀ ਜਾ ਸਕਦੀ। ਕਿਰਤ ਸ਼ਕਤੀ ਵਿੱਚ ਉਹ ਲੋਕ ਸ਼ਾਮਲ ਕੀਤੇ ਜਾਂਦੇ ਹਨ, ਧਿਆਨ ਦੇਣਾ ਬੇਟਾ, ਜਿਨ੍ਹਾਂ ਦੀ ਉਮਰ 15 ਸਾਲ ਤੋਂ 59 ਸਾਲ ਤੱਕ ਹੈ, 15 to 59। ਇਹ ਉਹ ਲੋਕ ਹਨ ਜਿਹੜੇ ਕੰਮ ਕਰ ਸਕਦੇ ਹਨ, ਕਿਰਤ ਸ਼ਕਤੀ ਵਿੱਚ ਹੁੰਦੇ ਹਨ। ਇਸ ਉਮਰ ਵਰਗ ਤੋਂ ਜ਼ਿਆਦਾ ਉਮਰ ਵਰਗ ਵਾਲੇ ਜਿਹੜੇ ਆ ਬਜ਼ੁਰਗ ਲੋਕ ਵੀ ਬੇਰੁਜ਼ਗਾਰ, ਉਹਨਾਂ ਨੂੰ ਨਹੀਂ ਕਿਹਾ ਜਾ ਸਕਦਾ। ਇਸ ਪ੍ਰਕਾਰ ਜਦੋਂ ਵੀ ਦੇਸ਼ ਦੀ ਬੇਰੁਜ਼ਗਾਰੀ ਦੀ ਦਰ ਨਿਸ਼ਚਿਤ ਕੀਤੀ ਜਾਂਦੀ ਹੈ ਤਾਂ ਇਸ ਵਿੱਚ ਉਹ ਲੋਕ ਜਿਹੜੇ ਕੰਮ ਕਰਨ ਵਿੱਚ ਅਸਮਰਥ ਹਨ, ਜਿਵੇਂ ਰੋਗੀ ਹੋਏ, ਬੁੱਢੇ ਲੋਕ, ਛੋਟੇ ਬੱਚੇ, ਵਿਦਿਆਰਥੀ ਆਦਿ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਹੈ। ਭਾਰਤ ਸਰਕਾਰ ਦੇ ਸਟੈਟਿਸਟਿਕ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਮੰਤਰਾਲੇ ਦੀ ਨੈਸ਼ਨਲ ਸੈਂਪਲ ਸਰਵੇ NSS ਰਿਪੋਰਟ ਅਨੁਸਾਰ ਭਾਰਤ ਵਿੱਚ ਕੇਰਲ ਰਾਜ ਦੀ ਸਭ ਤੋਂ ਉੱਚੀ ਬੇਰੁਜ਼ਗਾਰੀ ਦਰ ਹੈ ਤੇ ਰਾਜਸਥਾਨ ਅਤੇ ਗੁਜਰਾਤ ਰਾਜਾਂ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਹੈ। ਸਾਲ 1983 ਤੋਂ ਲੈ ਕੇ ਸਾਲ 2011 ਤੱਕ ਭਾਰਤ ਦੀ ਔਸਤ ਬੇਰੁਜ਼ਗਾਰੀ ਦਰ 9% ਰਹੀ ਹੈ। ਦਸੰਬਰ 2011 ਵਿੱਚ ਭਾਰਤ ਦੀ ਬੇਰੁਜ਼ਗਾਰੀ ਦਰ 3.8% ਸੀ, ਜੋ ਕਿ ਸਭ ਤੋਂ ਘੱਟ ਸੀ। ਔਰਤਾਂ ਦੀ ਬੇਰੁਜ਼ਗਾਰੀ ਦਰ ਪੁਰਸ਼ਾਂ ਦੀ ਬਜਾਏ ਜ਼ਿਆਦਾ ਹੈ। ਜਦੋਂ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਬੇਟਾ, ਡਾਕਟਰ ਉਸਦੇ ਕੁਝ ਨਮੂਨੇ ਪ੍ਰਯੋਗਸ਼ਾਲਾ ਵਿੱਚ ਭੇਜਦਾ ਹੈ। ਕਿਸ ਲਈ ਭੇਜਦਾ ਹੈ? ਕਿਉਂਕਿ ਉਹ ਦੇਖਣਾ ਚਾਹੁੰਦਾ ਹੈ ਬਿਮਾਰੀ ਦੇ ਕਾਰਨ ਕੀ ਹੈ। ਹੁਣ ਇਸੇ ਤਰ੍ਹਾਂ ਅਰਥ ਵਿਵਸਥਾ ਦੀ ਇੱਕ ਗਹਿਰੀ ਬਿਮਾਰੀ ਹੈ ਬੇਰੁਜ਼ਗਾਰੀ ਦੀ। ਇਸ ਦੇ ਕਾਰਨ ਆਪਾਂ ਆਪਣੇ ਤਰੀਕੇ ਨਾਲ ਜਾਣਦੇ ਹਾਂ, ਦੇਖੀਏ ਕਿਹੜੇ ਕਿਹੜੇ ਇਸ ਦੇ ਕਾਰਨ ਹਨ। ਭਾਰਤ ਵਿੱਚ ਬੇਰੁਜ਼ਗਾਰੀ ਦੇ ਜਿਹੜੇ ਆਪਾਂ ਕਾਰਨ ਦੇਖ ਸਕਦੇ ਹਾਂ ਉਹ ਹੈ, ਪਹਿਲਾ ਹੈ ਤੇਜ਼ੀ ਨਾਲ ਵੱਧਦੀ ਹੋਈ ਜਨਸੰਖਿਆ, ਦੂਸਰਾ ਛੋਟੇ ਅਤੇ ਘਰੇਲੂ ਉਦਯੋਗਾਂ ਵਿੱਚ ਗਿਰਾਵਟ, ਤੀਸਰਾ ਖੇਤੀਬਾੜੀ ਦਾ ਮੌਸਮੀ ਕਿੱਤਾ ਬਣਨਾ ਅਤੇ ਚੌਥਾ ਮਸ਼ੀਨੀ ਯੁੱਗ ਹੈ। ਪੰਜਵਾਂ ਤੇ ਲਾਸਟ ਰੁਜ਼ਗਾਰ ਸੰਬੰਧੀ ਘੱਟ ਯੋਜਨਾਵਾਂ ਆਦਿ ਕਾਰਨ ਹੋ ਸਕਦੇ ਹਨ। ਆਓ ਬੇਟਾ ਹੁਣ ਆਪਾਂ ਦੇਖੀਏ ਬੇਰੁਜ਼ਗਾਰੀ ਦੀਆਂ ਕਿਹੜੀਆਂ ਕਿਸਮਾਂ ਹਨ। ਬੇਰੁਜ਼ਗਾਰੀ ਦੀਆਂ ਕਈ ਕਿਸਮਾਂ ਹੁੰਦੀਆਂ ਨੇ ਬੇਟੇ, ਜਿਵੇਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਬੇਰੁਜ਼ਗਾਰੀ ਵੱਖੋ-ਵੱਖ ਖੇਤਰਾਂ ਵਿੱਚ ਵੱਖੋ-ਵੱਖ ਤਰ੍ਹਾਂ ਦੀ ਹੁੰਦੀ ਹੈ। ਇਹਨਾਂ ਵਿੱਚ ਜੇ ਪਿੰਡਾਂ ਦੀ ਗੱਲ ਕਰੀਏ ਤਾਂ ਉੱਥੇ ਮੌਸਮੀ ਅਤੇ ਛੁਪੀ ਹੋਈ ਬੇਰੁਜ਼ਗਾਰੀ ਹੁੰਦੀ ਹੈ। ਸ਼ਹਿਰੀ ਖੇਤਰਾਂ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਬੇਰੁਜ਼ਗਾਰੀ ਹੁੰਦੀ ਹੈ। ਮੌਸਮੀ ਬੇਰੁਜ਼ਗਾਰੀ ਉਹ ਹੁੰਦੀ ਹੈ ਜਦੋਂ ਲੋਕਾਂ ਨੂੰ ਸਾਲ ਵਿੱਚ ਕੁਝ ਮਹੀਨੇ ਕੰਮ ਮਿਲਦਾ ਹੈ ਅਤੇ ਬਾਕੀ ਮਹੀਨਿਆਂ ਵਿੱਚ ਉਹ ਬੇਰੁਜ਼ਗਾਰ ਰਹਿੰਦੇ ਹਨ। ਖੇਤੀਬਾੜੀ ਖੇਤਰ ਦੀ ਗੱਲ ਕਰੀਏ ਤਾਂ ਉੱਥੇ ਲੋਕ ਬਿਜਾਈ ਅਤੇ ਕਟਾਈ ਦੇ ਸਮੇਂ ਦੌਰਾਨ ਰੁਜ਼ਗਾਰ ਵਿੱਚ ਰੁੱਝੇ ਰਹਿੰਦੇ ਹਨ, ਪਰੰਤੂ ਇਸ ਤੋਂ ਬਾਅਦ ਲਗਭਗ 5 ਤੋਂ 7 ਮਹੀਨਿਆਂ ਤੱਕ ਉਹ ਬੇਰੁਜ਼ਗਾਰ ਰਹਿੰਦੇ ਹਨ। ਹੁਣ ਆਪਾਂ ਬਹੁਤ ਇੰਪੋਰਟੈਂਟ ਟੌਪਿਕ ਬਾਰੇ ਗੱਲ ਕਰਾਂਗੇ। ਇਹ ਆਮ ਤੌਰ 'ਤੇ ਬੇਟਾ ਪੁੱਛਿਆ ਜਾਂਦਾ ਹੈ, ਛੁਪੀ ਹੋਈ ਬੇਰੁਜ਼ਗਾਰੀ ਕੀ ਹੁੰਦੀ ਹੈ। ਇਹ ਬੇਟਾ ਜਦੋਂ ਕਿਸੇ ਕੰਮ ਵਿੱਚ ਲੋੜ ਤੋਂ ਵੱਧ ਲੋਕ ਲੱਗੇ ਹੁੰਦੇ ਹਨ, ਜੇਕਰ ਕੁਝ ਲੋਕਾਂ ਨੂੰ ਇਸ ਕੰਮ ਵਿੱਚੋਂ ਹਟਾ ਦਿੱਤਾ ਜਾਵੇ ਤਾਂ ਕੁੱਲ ਉਤਪਾਦਨ ਵਿੱਚ ਕੋਈ ਕਮੀ ਨਹੀਂ ਹੁੰਦੀ। ਭਾਰਤ ਦੇ ਪਿੰਡਾਂ ਵਿੱਚ ਕੰਮ ਕਰ ਰਹੀ ਕੁੱਲ ਜਨਸੰਖਿਆ ਦਾ 30% ਛੁਪੇ ਬੇਰੁਜ਼ਗਾਰ ਹਨ। ਉਦਾਹਰਨ ਵਜੋਂ ਇੱਕ ਖੇਤ ਵਿੱਚ ਕੰਮ ਲਈ 5 ਵਿਅਕਤੀਆਂ ਦੀ ਲੋੜ ਹੈ, ਪਰੰਤੂ ਉੱਥੇ 8 ਵਿਅਕਤੀ ਲੱਗੇ ਹੋਏ ਹਨ। ਇੱਥੇ 3 ਵਿਅਕਤੀ ਵਾਧੂ ਹਨ ਅਤੇ ਇਹ ਛੁਪੇ ਹੋਏ ਬੇਰੁਜ਼ਗਾਰ ਹਨ। ਜੇਕਰ ਇਹਨਾਂ 3 ਵਿਅਕਤੀਆਂ ਨੂੰ ਕੰਮ ਤੋਂ ਹਟਾ ਵੀ ਲਿਆ ਜਾਵੇ ਤਾਂ ਉਤਪਾਦਨ ਵਿੱਚ ਕੋਈ ਫਰਕ ਨਹੀਂ ਪੈਂਦਾ। ਸ਼ਹਿਰੀ ਖੇਤਰ ਵਿੱਚ ਤੇਜ਼ੀ ਨਾਲ ਵਧ ਰਹੀ ਸਕੂਲਾਂ ਅਤੇ ਕਾਲਜਾਂ ਦੀ ਗਿਣਤੀ ਨੇ ਪੜ੍ਹੀ ਲਿਖੀ ਬੇਰੁਜ਼ਗਾਰੀ ਨੂੰ ਪੈਦਾ ਕੀਤਾ ਹੈ, ਕਿਉਂਕਿ ਰੋਜ਼ਗਾਰ ਦੇ ਅਵਸਰ ਉਸ ਦਰ ਨਾਲ ਨਹੀਂ ਵਧੇ ਹਨ ਜਿਸ ਦਰ ਨਾਲ ਬੇਰੁਜ਼ਗਾਰੀ ਵਧੀ ਹੈ। ਇਸ ਬੇਰੁਜ਼ਗਾਰੀ ਦੀ ਸਮੱਸਿਆ ਨੇ ਬੇਟਾ ਬਹੁਤ ਡੂੰਘਾ ਅਸਰ ਪਾਇਆ ਹੈ ਆਪਣੇ ਦੇਸ਼ 'ਤੇ, ਆਪਣੇ ਦੇਸ਼ ਦੀ ਅਰਥ ਵਿਵਸਥਾ 'ਤੇ। ਇਹ ਜਾਣੀਏ ਇਸ ਦਾ ਕੀ ਭਿਆਨਕ ਸਿੱਟਾ ਨਿਕਲਿਆ ਹੈ। ਜਦੋਂ ਕਿਸੇ ਮੁਲਕ ਵਿੱਚ ਬੇਰੁਜ਼ਗਾਰੀ ਵੱਧਦੀ ਹੈ ਤਾਂ ਸਿੱਧਾ ਮਤਲਬ ਇਹੀ ਹੁੰਦਾ ਹੈ ਕਿ ਉੱਥੇ ਮਨੁੱਖੀ ਸੰਸਾਧਨ ਦੀ ਬਰਬਾਦੀ ਹੁੰਦੀ ਹੈ। ਬੇਰੁਜ਼ਗਾਰ ਲੋਕ ਪਰਿਸੰਪત્ਤੀ ਦੀ ਬਜਾਏ ਸਮਾਜ ਲਈ ਦੇਣਦਾਰੀ ਬਣ ਜਾਂਦੇ ਹਨ। ਪ੍ਰੋਪਰਟੀ ਤਾਂ ਕਾਹਦੀ ਬਣਨੀ ਦੇਸ਼ ਦੀ, ਉਹ ਲਾਇਬਿਲਿਟੀ ਬਣਦੇ ਹੈ। ਬੇਰੁਜ਼ਗਾਰੀ ਗਰੀਬੀ ਵਧਾਉਂਦੀ ਹੈ। ਯੁਵਕਾਂ ਵਿੱਚ ਨਿਰਾਸ਼ਾ ਅਤੇ ਹਤਾਸ਼ਾ ਦੀ ਭਾਵਨਾ ਪੈਦਾ ਹੁੰਦੀ ਹੈ, ਕਿਉਂਕਿ ਉਹ ਆਪਣੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਵਿੱਚ ਅਸਫਲ ਹੁੰਦੇ ਹਨ। ਕਾਰਜਸ਼ੀਲ ਜਨਸੰਖਿਆ ਉੱਤੇ ਬੇਰੁਜ਼ਗਾਰੀ ਦੀ ਨਿਰਭਰਤਾ ਸਮਾਜ ਦੇ ਜੀਵਨ ਦੀ ਗੁਣਵੱਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਇਸ ਦੇ ਨਾਲ
ਉਹਨਾਂ ਦੇ ਸਿਹਤ ਪੱਧਰ ਵਿੱਚ ਵੀ ਗਿਰਾਵਟ ਆਉਂਦੀ ਹੈ। ਬੇਰੁਜ਼ਗਾਰੀ ਵਿੱਚ ਵਾਧਾ ਕਮਜ਼ੋਰ ਅਰਥ ਵਿਵਸਥਾ ਦਾ ਸੂਚਕ ਹੈ। ਇਸ ਪ੍ਰਕਾਰ ਬੇਰੁਜ਼ਗਾਰੀ ਇੱਕ ਗੰਭੀਰ ਸਮੱਸਿਆ ਹੈ ਬੇਟਾ, ਕਿਉਂਕਿ ਬੇਰੁਜ਼ਗਾਰ ਲੋਕ ਸਮਾਜ ਤੇ ਦੇਣਦਾਰੀ ਬਣ ਜਾਂਦੇ ਹਨ। ਇਸ ਨਾਲ ਉਹਨਾਂ ਸਾਧਨਾਂ ਦੀ ਵੀ ਬਰਬਾਦੀ ਹੁੰਦੀ ਹੈ ਜਿਨ੍ਹਾਂ ਨੂੰ ਉਪਯੋਗੀ ਢੰਗ ਨਾਲ ਵਰਤਿਆ ਜਾ ਸਕਦਾ ਹੈ। ਭਾਰਤ ਸਰਕਾਰ ਨੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਬਹੁਤ ਸਾਰੇ ਵਿਸ਼ੇਸ਼ ਪ੍ਰੋਗਰਾਮ ਚਲਾਏ ਹਨ। ਇਹਨਾਂ ਵਿੱਚੋਂ ਕੁਝ ਹੇਠ ਲਿਖੇ ਹਨ। ਪਹਿਲਾ ਹੈ ਸਵਰਨ ਜਯੰਤੀ ਗ੍ਰਾਮ ਸਵੈ ਰੋਜ਼ਗਾਰ ਯੋਜਨਾ SJGRY। दूसरा संपूर्ण ग्रामीण रोजगार योजना SGRY। तीसरा बेटे ਆਪਾਂ डेली सुनते हैं महात्मा गांधी नैशनल रूरल इंप्लॉयमेंट गारंटी एक्ट मनरेगा जिसਨੂੰ बोलते हैं 2005 ਦਾ ਐਕਟ ਹੈ। ਲਾਸਟ ਵਿੱਚ ਆਪਾਂ ਬੇਟੇ ਕਹਿ ਸਕਦੇ ਹਾਂ ਕਿ ਮਨੁੱਖੀ ਸਾਧਨ ਇੱਕ ਬਹੁਤ ਵੱਡੀ ਸ਼ਕਤੀ ਹੈ। ਸਿੱਖਿਆ ਅਤੇ ਸਿਹਤ ਸੰਬੰਧੀ ਸਮੱਗਰੀ ਨੇ ਮਨੁੱਖੀ ਸਾਧਨ ਨੂੰ ਅਰਥ ਵਿਵਸਥਾ ਲਈ ਪਰਿਸੰਪਤੀ ਬਣਨ ਵਿੱਚ ਸਹਾਇਤਾ ਯਾਨੀ ਮਦਦ ਕੀਤੀ ਹੈ। ਇਹ ਲੈਸਨ ਦਾ ਸਿਲਸਿਲਾ ਬੇਟਾ ਹਾਲੇ ਖਤਮ ਨਹੀਂ ਹੋਇਆ ਹੈ। ਅੱਗੇ ਵੀ ਤੁਹਾਡੇ ਲਈ ਹੋਰ ਰੋਚਕ ਢੰਗਾਂ ਨਾਲ ਲੈਸਨ ਬਣਾ ਕੇ YouTube 'ਤੇ ਲਿਆਂਦੇ ਰਹਾਂਗੇ। NTSC ਦੇ ਵਿਸ਼ੇਸ਼ ਪੈਕੇਜ ਤੋਂ ਸ਼ੁਰੂ ਕੀਤਾ ਹੈ ਅਤੇ ਹੌਲੀ ਹੌਲੀ ਸਾਰੀਆਂ ਕਲਾਸਾਂ ਲਈ ਕੁਝ ਨਾ ਕੁਝ ਤੁਹਾਡੇ ਲਈ ਪੇਸ਼ ਕਰਦੇ ਰਹਾਂਗੇ। ਇਸ ਕਰਕੇ ਇਸ ਚੈਨਲ ਨਾਲ ਜੁੜੇ ਰਹੋ, ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ ਅਤੇ ਬੈਲ ਆਈਕਨ ਵੀ ਦਬਾਓ।